बिस्मिल्लाहिर्रहमानिर्रहीम। अस्सलामुअलैकुम वरहमतुल्लाहि वबरकातुहू। की हाल चाल है जी? ठीक ठाक हो? उम्मीद आ अल्लाह ताला दे हुक्म दे नाल इंशाअल्लाह तुसी सारे ठीक ठाक होवोगे। अल्लाह ताला सब ते रहमत फरमाए। अल्लाह ताला सब नू अपने हिफ्ज़ो ईमान दे विच रखे। अज दे व्लॉग दे विच मैं तुहानू देना एक इंतहाई अफसोसनाक वाकया जिहड़ा उकाड़े दा इलाका है शेरगढ़, उत्थे ये वाकया पेश आया कि एक लड़का जिन्नू सिर्फ 4 घंटे रहिंदे हुंदे ने अजे विआउण जाण वास्ते, ते लेकिन वो 4 घंटे पहला ਉਹ ਮਾਰਿਆ ਜਾਂਦਾ, कतल हो जाता। ते ਉਹ की वजह बनी कि अल्लाह ताला ने ਉਹਦੀ किस्मत दे विच ਜਿਹੜੀ शादी सी ਉਹ नहीं सी लिखी ते बंदे दी 4 घंटे पहला मौत वाकया हो जाए ते ਜਿਹੜੇ घर दे विच खुशियां होण, हर पासे लाइटां लगियां होण, हर पासे धुम्मां पईयां होण, रात नूं मेहंदी होई होवे ते सुबह उन्हें विआउण जाना होवे ते 4 घंटे पहलों उस बंदे दी मौत वाकया हो जाए ते फिर जिहड़ा घर खुशी दे नाल सजिया होया सी ਉਹ समझो कि उत्थे रोना पिटना पै गया। ते उहदी सारी तफसीलात अज दी इस वीडियो दे विच मैं तुहानू दसांगा। ये वाकया इस तरह के उकाड़े दा इलाका है शेरगढ़, उत्थे एक फैमिली रहिंदी आ। उस फैमिली दे सरबराह दा नाम जुल्फकार साहब ते उन्हां दी बीवी जिहड़ी सी उन्हां दा नाम सी अतीका बीबी। उन्हां नू अल्लाह ताला ने एक ही बेटा दिता सी, अकलौता बेटा सी। जदों एक बेटा होवे ना अकलौता ते बड़ा लाडला हुंदा, प्यारा हुंदा ते अल्लाह ने औलाद होर नहीं सी दिती हैगी। ते ਉਹ इस तरह होया कि ਉਹਦਾ रिश्ता ਜਿਹੜਾ ਸੀ ना ਉਹ बाहर किते तय कर दिता गया। आ मैरिज सेंटर वाले ਜਿਹੜੇ ने ते ਉਹਨਾਂ ਦੇ ਜ਼ਰੀਏ ਉਹਨਾਂ ਨੂੰ फीस देती। ਉਹਦਾ रिश्ता ਜਿਹੜਾ ਆਪਣੇ ਰਿਸ਼ਤੇਦਾਰਾਂ 'ਚ नहीं बाहर किते हो गया। ਉਹ मैरिज सेंटर वालिਆਂ ने करवाता। शादी ਦੇ दिन ਜਿਹੜੇ ਆ ਉਹ ਰੱਖ ਦਿੱਤੇ ਜਾਂਦੇ ਨੇ। शादी 10, 11, 12 ਤਾਰੀਖ ਰੱਖ ਦਿੱਤੀ ਜਾਂਦੀ ਹੈ। 10 ਨੂੰ ਮਹਿੰਦੀ ਸੀ, ਸ਼ਾਮ ਨੂੰ ਜੁਮੇ ਵਾਲੇ ਦਿਨ। ਤੇ ਉਸ ਲੜਕੇ ਦੀ ਜਿਹੜੀ ਆ ਨਾ ਇੱਕ ਫੁੱਫੋ ਸੀ ਜਿਹਦਾ ਨਾਮ ਸੀ ਰੋਬੀਨਾ ਤੇ ਉਰਫ ਰੂਬੀ। ਉਹਨੂੰ ਸਾਰੇ ਰੂਬੀ ਫੁੱਫੋ ਕਹਿੰਦੇ ਸੀ। ਤੇ ਅੱਗੋਂ ਜਿਹੜੀ ਰੂਬੀ ਫੁੱਫੋ ਸੀ ਨਾ ਉਹ ਵੀ ਕੱਲੀ ਧੀ ਸੀ ਤੇ ਉਹ ਜ਼ੁਲਫਕਾਰ ਦੀ ਭੈਣ ਸੀ ਤੇ ਅਬਾਸ ਦੁल्हा ਜਿਹੜਾ ਸੀ ਉਹਦੀ ਫੁੱਫੋ ਸੀ। ਤੇ ਜਿਸ ਵੇਲੇ ਦਿਨ ਰੱਖੇ ਗਏ ਉਹਨੂੰ ਫੋਨ ਕੀਤਾ ਗਿਆ ਫੁੱਫੋ ਨੂੰ, ਰੂਬੀ ਨੂੰ, ਕਿ ਤੂੰ ਫਲਾਂ ਦਿਨ ਮਹਿੰਦੀ ਆ ਜੁਮੇ ਵਾਲੇ ਦਿਨ 10 ਤਰੀਕ ਨੂੰ ਤੂੰ ਪਹੁੰਚਣਾ। ਤੇ ਰੂਬੀ ਫੁੱਫੋ ਕਹਿੰਦੀ ਆ ਕਿ ਤੁਸੀਂ ਮੰਗਣੀ ਕੀਤੀ ਜਾਂ ਸ਼ਾਦੀ ਦੇ ਦਿਨ ਰੱਖੇ, ਸਾਰਾ ਕੁਝ ਕੀਤਾ, ਮੈਨੂੰ ਤੁਸੀਂ ਪੁੱਛਿਆ ਤੱਕ ਨਹੀਂ ਹੈਗਾ, ਮੈਂ ਤੁਹਾਡੀ ਸ਼ਾਦੀ ਦੇ ਵਿੱਚ ਸ਼ਾਮਲ ਨਹੀਂ ਹੋਣਾ। ਹੁਣ ਜ਼ੁਲਫਕਾਰ ਆਪਣੀ ਭੈਣ ਨੂੰ ਕਹਿੰਦਾ ਕਿ ਭੈਣਾ ਮੇਰਾ ਕੱਲਾ ਹੀ ਪੋਤਾ ਅਬਾਸ, ਅਕਲੌਤਾ ਬੇਟਾ ਤੇਰਾ ਭਤੀਜਾ, ਤੈਨੂੰ ਚਾਹੀਦਾ ਸ਼ਾਦੀ ਦੇ ਵਿੱਚ ਲਾਜ਼ਮੀ ਸ਼ਿਰਕਤ ਕਰੇ। ਅੱਗੋਂ ਫੁੱਫੋ ਕਹਿੰਦੀ ਕਿ ਤੂੰ ਮੈਨੂੰ ਪੁੱਛਿਆ ਤੱਕ ਨਹੀਂ ਹੈਗਾ, ਨਾ ਤੇਰੀ ਬੀਵੀ ਨੇ ਪੁੱਛਿਆ ਤੇ ਮੈਂ ਕਦੀ ਵੀ ਸ਼ਿਰਕਤ ਨਹੀਂ ਕਰਾਂਗੀ। ਯਾਨੀ ਉਹ ਗਿਲੇ ਸ਼ਿਕਵੇ ਬੜੇ ਕਰਦੀ ਆ। ਖੈਰ ਫੁੱਫੋ ਫਿਰ ਆਖਰ ਤੇ ਜਿਹੜੀ ਆ ਉਹ ਮੰਨ ਜਾਂਦੀ ਆ, ਕਹਿੰਦੀ ਆ ਕਿ ਮੈਂ ਤੇਰੀ ਬੀਵੀ ਅਤੀਕਾ ਔਰ ਤੇਰੀ ਵਜ੍ਹਾ ਨਾਲ ਨਹੀਂ ਸ਼ਾਦੀ ਦੇ ਵਿੱਚ ਆਣਾ, ਸਿਰਫ ਮੈਂ ਆਪਣੇ ਭਤੀਜੇ ਦੀ ਵਜ੍ਹਾ ਨਾਲ ਸ਼ਾਦੀ ਦੇ ਵਿੱਚ ਆਣਾ। ਕਿਉਂਕਿ ਉਹ ਜਿਹੜਾ ਭਤੀਜਾ ਸੀ ਉਹ ਸਾਰੇ ਰਿਸ਼ਤੇਦਾਰਾਂ ਦੀ ਬੜੀ ਇੱਜ਼ਤ ਕਰਦਾ ਸੀ। ਉਹ ਆਪਣੀ ਫੁੱਫੋ ਨੂੰ ਵੀ, ਰੂਬੀ ਸੀ ਜਿਹੜੀ ਉਹਨੂੰ ਫੁੱਫੋ ਕਹਿੰਦੇ ਆ, ਮੂੰਹ ਨਹੀਂ ਸੀ ਥੱਕਦਾ ਤੇ ਬੜਾ ਪਿਆਰ ਫੁੱਫੋ ਦੇ ਨਾਲ ਕਰਦਾ ਸੀ। ਤੇ ਫੁੱਫੋ ਕਹਿੰਦੀ ਕਿ ਮੈਂ ਸਿਰਫ ਭਤੀਜੇ ਦੀ ਵਜ੍ਹਾ ਦੇ ਨਾਲ ਮੈਂ ਸ਼ਾਦੀ ਦੇ ਵਿੱਚ ਸ਼ਿਰਕਤ ਕਰਾਂਗੀ, ਵਰਨਾ ਮੈਂ ਨਹੀਂ ਸੀ ਆਣਾ। ਹੁਣ 10 ਤਰੀਕ ਆ ਜਾਂਦੀ ਆ, ਜੁਮੇ ਦਾ ਦਿਨ ਹੁੰਦਾ ਤੇ ਸਾਰੇ ਮਹਿਮਾਨ ਆ ਜਾਂਦੇ ਆ। ਰਾਤ ਨੂੰ ਮਹਿੰਦੀ ਹੁੰਦੀ ਆ ਤੇ ਢੋਲ ਢਮੱਕਾ ਹੁੰਦਾ। ਮਹਿੰਦੀ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਜਿਵੇਂ ਫਿਰ ਚੱਲਦਾ, ਰਾਤੀ 12, 1, 2, 3 ਵੱਜ ਜਾਂਦੇ ਨੇ ਮਹਿੰਦੀ ਦੇ ਵਿੱਚ। ਸਾਰੀ ਰਾਤ ਢੋਲ ਢਮੱਕਾ ਚੱਲਦਾ ਰਿਹਾ ਤੇ ਡਾਂਸ ਹੁੰਦਾ ਰਿਹਾ, ਜੋ ਵੀ ਚੱਲਦਾ ਮਹਿੰਦੀ ਦੇ ਵਿੱਚ ਰਸਮੋ ਰਿਵਾਜ ਹੁੰਦਾ ਰਿਹਾ। ਸੁਬਾਹ ਜਿਸ ਵੇਲੇ ਖਤਮ ਹੋਇਆ ਫੰਕਸ਼ਨ ਮਹਿੰਦੀ ਦਾ ਤੇ ਦੂਸਰੇ ਦਿਨ ਸ਼ਾਮ ਨੂੰ ਜਾਣਾ ਸੀ ਵਿਆਹੁਣ। ਬਰਾਤ ਜਿਹੜੀ ਸੀ ਉਹ ਰਾਤ ਦੀ ਸੀ ਤੇ ਸਾਏ ਜਿਹੜੀ ਫੁੱਫੋ ਸੀ ਨਾ ਵਾਪਸ ਆਪਣੇ ਘਰ ਚਲੇ ਜਾਂਦੀ ਆ। ਜਾ ਕੇ ਫੋਨ ਕਰਦੀ ਆ ਦੁਬਾਰਾ ਆਪਣੇ ਭਤੀਜੇ ਅਬਾਸ ਨੂੰ, ਜਾ ਕੇ ਕਹਿਣ ਲੱਗੀ ਫੋਨ ਕਰਕੇ ਕਿ ਮੈਂ ਮਹਿੰਦੀ ਤੇ ਆ ਗਈ ਸੀ ਤੇਰੀ, ਹੁਣ ਮੈਂ ਤੇਰੀ ਬਰਾਤ ਤੇ ਕੋਈ ਨਹੀਂ ਆਣਾ
ਉਹ ਅਬਾਸ ਪੁੱਛਦਾ ਫੁੱਫੋ ਤੂੰ ਸ਼ਾਦੀ ਤੇ ਕਿਉਂ ਨਹੀਂ ਆਉਣਾ। ਉਹ ਫੁੱਫੋ ਅੱਗੋਂ ਕਹਿੰਦੀ ਆ ਕਿ ਤੇਰੀ ਅੰਮੀ ਨੇ ਮੇਰੀ ਕੋਈ ਇੱਜ਼ਤ ਨਹੀਂ ਕੀਤੀ ਹੈਗੀ, ਰਿਸ਼ਤੇਦਾਰਾਂ 'ਚ ਮੇਰਾ ਤਾਰਫ ਨਹੀਂ ਕਰਾਇਆ ਹੈਗਾ, ਤੁਸੀਂ ਪਹਿਲੋਂ ਵੀ ਜਦੋਂ ਦਿਨ ਰੱਖੇ ਉਦੋਂ ਨਹੀਂ ਬੁਲਾਇਆ, ਲੇਕਿਨ ਮੈਂ ਫਿਰ ਵੀ ਆ ਗਈ। ਲੇਕਿਨ ਹੁਣ ਮੈਂ ਅੱਜ ਤੈਨੂੰ ਦੱਸਣ ਲੱਗੀ ਆ ਕਿ ਮੈਂ ਤੇਰੀ ਸ਼ਾਦੀ ਤੇ ਬਰਾਤ ਤੇ ਨਹੀਂ ਆਣਾ ਹੈਗਾ। ਉਹ ਕਹਿੰਦਾ ਫੁੱਫੋ ਇਹ ਕੀ ਗੱਲ ਹੋਈ ਤੇ ਤੇਰੀ ਨਾਰਾਜ਼ਗੀ ਹੋਏਗੀ। ਅੰਮੀ ਨਾ ਉਹ ਜਿਹੜੀ ਫੁੱਫੋ ਸੀ ਨਾ ਉਹ ਦੋਨੋਂ ਨੰਦ ਭਾਬੀ ਜਿਹੜੀ ਅਸੀਂ ਨਾ ਆਪਸ ਵਿੱਚ ਉਹਨਾਂ ਦੀ ਬਣਦੀ ਨਹੀਂ ਸੀ, ਹਮੇਸ਼ਾ ਤੂੰ ਮੈਂ ਚੱਲਦੀ ਰਹਿੰਦੀ ਹੁੰਦੀ ਸੀ। ਤੇ ਉਹ ਜਿਹੜੀ ਫੁੱਫੋ ਸੀ ਨਾ ਰੂਬੀ ਉਹ ਚਾਹੁੰਦੀ ਸੀ ਕਿ ਮੇਰਾ ਭਰਾ ਜਿਹੜਾ ਜ਼ੁਲਫਕਾਰ ਆ ਇਹ ਆਪਣੀ ਬੀਵੀ ਅਤੀਕਾ ਨੂੰ ਤੁੰਨ ਕੇ ਰੱਖੇ। ਇਹ ਆਦਤ ਹੁੰਦੀ ਆ ਬੁੱਢੀਆਂ ਦੀ ਤੇ ਉਹ ਐਵੇਂ ਨਹੀਂ ਸੀ ਕਰਦਾ, ਉਹਨੇ ਆਪਣਾ ਘਰ ਚਲਾਣਾ ਸੀ। ਤੇ ਉਹ ਜ਼ੁਲਫਕਾਰ ਕਹਿਣ ਲੱਗਾ ਤੂੰ ਸ਼ਾਦੀ ਤੇ ਬਰਾਤ ਤੇ ਪਹੁੰਚ। ਖੈਰ ਉਹਨੇ ਬੜੀ ਇਨਕਾਰੀ ਕੀਤੀ, ਉਹ ਨਾ ਆਈ। ਤੇ ਆਖਰਕਾਰ ਅਬਾਸ ਜਿਹੜਾ ਲੜਕਾ ਆ ਜਿਹਨੇ ਦੁਲਹਾ ਬਣਨਾ ਸੀ ਉਹਦੀ ਜਿਹਦੇ ਨਾਲ ਸ਼ਾਦੀ ਹੋਣ ਲੱਗੀ ਸੀ, ਅੰਬਰ ਨਾਮੀ ਲੜਕੀ ਦੇ ਨਾਲ ਸ਼ਾਦੀ ਹੋਣੀ ਸੀ। ਹੁਣ ਇਹ 3 ਵਜੇ ਸ਼ਾਮ ਨੂੰ ਜਾਂਦਾ ਆਪਣੀ ਫੁੱਫੋ ਨੂੰ ਮਨਾਉਣ ਵਾਸਤੇ। ਘਰ ਵਾਲਿਆਂ ਨੂੰ ਕਹਿੰਦਾ ਕਿ ਮੈਂ ਫੁੱਫੋ ਨੂੰ ਮਨਾ ਕੇ ਲੈ ਕੇ ਆਵਾਂ ਤਾਂ ਕਿ ਉਹ ਸ਼ਾਦੀ ਦੇ ਵਿੱਚ ਸ਼ਿਰਕਤ ਕਰ ਸਕੇ, ਸਾਡੀ ਕੱਲੀ ਫੁੱਫੋ ਆ। ਤੇ ਜਦੋਂ ਸ਼ਾਦੀ ਦਾ ਮੌਕਾ ਆਉਂਦਾ, ਖੁਸ਼ੀ ਦਾ ਮੌਕਾ ਆਉਂਦਾ, ਫਿਰ ਕਈ ਰਿਸ਼ਤੇਦਾਰ ਫਿਰ ਜਿਹੜੇ ਨਾ ਤਿੜਫਿੜ ਕਰਦੇ ਨੇ, ਆਪਣੀ ਉਹ ਆਕੜ ਦਿਖਾਉਂਦੇ ਨੇ, ਕਹਿੰਦੇ ਨੇ ਜਾਨੀ ਸਾਡੀ ਮਿਹਨਤ ਸਮਾਜਤ ਹੋਏਗੀ, ਸਾਡੇ ਅੱਗੇ ਪਿੱਛੇ ਫਿਰਨਗੇ, ਸਾਡੀ ਟੌਰ ਬਣੇਗੀ। ਤੇ ਇਸੇ ਤਰ੍ਹਾਂ ਇਸ ਟੌਰ ਬਣਾਉਣ ਦੇ ਚੱਕਰ 'ਚ ਫੁੱਫੋ ਰੂਬੀ ਜਿਹੜੀ ਸੀ ਨਾ ਇਹ ਵੀ ਆਕੜ ਗਈ ਸੀ। ਤੇ ਖੈਰ ਇਹਨੇ ਫਿਰ ਆਪਣੇ ਅੱਬੇ ਨੂੰ ਕਿਹਾ ਕਿ ਅੱਬਾ ਮੈਂ ਫੁੱਫੋ ਨੂੰ ਲੈ ਆਵਾਂ ਮਨਾ ਕੇ, ਚਲੋ ਸ਼ਾਦੀ ਦੇ ਵਿੱਚ ਸ਼ਿਰਕਤ ਕਰ ਲੈਗੀ। ਅੱਬਾ ਕਹਿੰਦਾ ਤੂੰ ਨਾ ਜਾ, ਮੈਂ ਜਾਣਾ। ਤੇ ਉਹਨੇ ਕਿਹਾ ਕਿ ਅੱਬਾ ਉਹਨੇ ਤੇਰੇ ਕਹਿਣ ਤੇ ਵੀ ਨਹੀਂ ਆਉਣਾ। ਮਾਮ ਨੇ ਕਿਹਾ ਕਿ ਤੂੰ ਪੁੱਤ ਹੁਣ ਨਾ ਜਾ, ਗਾਨਾ ਗੁਨਾ ਬੰਨੇ ਆ ਤੇ ਬਾਹਰ ਨਿਕਲਣਾ ਜਿਹੜਾ ਨਾ ਨੇਕ ਸ਼ਗੂਨ ਨਹੀਂ ਹੈਗਾ, ਤੂੰ ਬਾਹਰ ਨਾ ਜਾ, ਤੂੰ ਘਰ ਹੀ ਰਹਿ। ਤੇਰੇ ਸ਼ਾਮ ਨੂੰ ਬਰਾਤ ਆ 4 ਘੰਟੇ ਤੋਂ ਬਾਅਦ। ਤੇ ਖੈਰ ਇਹ ਨਾ ਉਥੋਂ ਮਾਂ ਪਿਓ ਕੋਲੋਂ ਇਜਾਜ਼ਤ ਲੈ ਕੇ ਉਹ ਕਹਿੰਦਾ ਮੈਂ ਅੱਧੇ ਘੰਟੇ 'ਚ ਵਾਪਸ ਆਇਆ। ਫੁੱਫੋ ਨੂੰ ਲੈ ਕੇ ਮੋਟਰਸਾਈਕਲ ਚੁੱਕ ਕੇ ਪਾਕਪਤਨ ਰੋਡ ਤੇ ਨਿਕਲਦਾ ਜਿਸ ਵੇਲੇ, ਤੇ ਸਪੀਡੀ ਜਾ ਰਿਹਾ ਹੁੰਦਾ ਤੇ ਅੱਲਾ ਦੀ ਜ਼ਾਤ ਨੂੰ ਜੋ ਮਨਜ਼ੂਰ ਹੋਵੇ ਉਹੀ ਹੁੰਦਾ। ਜਾਂਦਾ ਇੱਕ ਅੱਗੋਂ ਟਰਾਲਾ ਆਉਂਦਾ ਬਹੁਤ ਬੜਾ ਜਿਹੜਾ ਇਹਨੂੰ ਥੱਲੇ ਦੇ ਦਿੰਦਾ। ਜਿਸ ਵੇਲੇ ਟਰਾਲੇ ਦੇ ਥੱਲੇ ਆ ਜਾਂਦਾ ਤੇ ਥਾਂ ਤੇ ਇਹ ਮਰ ਜਾਂਦਾ। ਔਰ ਫਿਰ ਉੱਥੇ ਵਾਕੇ ਤੇ 1122 ਵਾਲੇ ਪਹੁੰਚਦੇ ਨੇ। ਜਦੋਂ ਇਹਦੀ ਤਲਾਸ਼ੀ ਲੈਂਦੇ ਨੇ ਅਬਾਸ ਦੀ, ਜਿਹਨੇ 4 ਘੰਟੇ ਬਾਅਦ ਵਿਆਹਣ ਜਾਣਾ ਹੁੰਦਾ, ਉਹਦੀ ਜੇਬ ਦੇ ਵਿੱਚੋਂ ਇੱਕ ਮੋਬਾਈਲ ਨਿਕਲਦਾ। ਉਹ ਕੱਢ ਕੇ ਮੋਬਾਈਲ ਤੇ ਕਾਲ ਕਰਦੇ ਨੇ। ਉਹ ਕਾਲ ਜਿਹੜੀ ਆ ਉਹਦੇ ਅੱਬੂ ਨੂੰ ਮਿਲਦੀ ਆ ਔਰ ਉਹਦੇ ਅੱਬੂ ਨੂੰ ਇਤਲਾਹ ਦਿੱਤੀ ਜਾਂਦੀ ਆ ਕਿ ਇਹ ਜਿਹੜਾ ਲੜਕਾ ਆ ਇਹ ਕਿਹਦਾ, ਤੁਹਾਡਾ ਕੀ ਲੱਗਦਾ? ਉਹ ਕਹਿੰਦਾ ਹਾਂ ਬੇਟਾ ਬੋਲੋ। ਉਹ ਕਹਿੰਦੇ ਜੀ ਬੇਟਾ ਨਹੀਂ, ਅਸੀਂ ਪੁਲਿਸ ਵਾਲੇ ਆ, ਇਹ ਤੁਹਾਡਾ ਜਿਹੜਾ ਬੇਟਾ ਇਹਦੀ ਡੈਥ ਹੋ ਚੁੱਕੀ ਆ, ਫੌਤ ਹੋ ਚੁੱਕੇ ਨੇ, ਫਲਾਂ ਹਸਪਤਾਲ ਦੇ ਵਿੱਚ ਨੇ, ਫੌਰੀ ਪਹੁੰਚੋ। ਉਹ ਬੜਾ ਪਰੇਸ਼ਾਨ ਹੋ ਗਿਆ। ਉਹਨੇ ਕਿਹਾ ਤੁਸੀਂ ਕੀ ਮੇਰੇ ਨਾਲ ਮਜ਼ਾਕ ਕਰ ਰਹੇ ਹੋ? ਉਹਦੀ ਤਾਂ ਸ਼ਾਦੀ ਆ, ਉਹ ਤਾਂ ਆਪਣੀ ਫੁੱਫੋ ਨੂੰ ਮਨਾਉਣ ਗਿਆ। ਉਹਨਾਂ ਨੇ ਕਿਹਾ ਨਹੀਂ ਜੀ ਇਹ ਹਕੀਕਤ ਆ, ਤੁਸੀਂ ਫਲਾਂ ਜਗ੍ਹਾ ਤੇ ਹਸਪਤਾਲ ਪਹੁੰਚੋ। ਉਹ ਜਿਸ ਵੇਲੇ ਵਾਲਦ ਜ਼ੁਲਫਕਾਰ ਹਸਪਤਾਲ ਪਹੁੰਚਦਾ ਦੇਖ ਕੇ ਹੈਰਾਨ ਰਹਿ ਜਾਂਦਾ, ਹੱਕਾ ਬੱਕਾ ਕਿ ਜਿਸ ਬੱਚੇ ਨੇ ਵਿਆਹਣ ਜਾਣਾ ਉਹਨੂੰ 5 ਵਜੇ ਕਾਲ ਆ ਜਾਂਦੀ ਆ ਕਿ ਉਹ ਫੌਤ ਹੋ ਗਿਆ। ਉਹ ਜਿਹੜਾ ਘਰ ਖੁਸ਼ੀਆਂ ਦੇ ਨਾਲ ਔਰ ਮਹਿਮਾਨਾਂ ਦੇ ਨਾਲ ਭਰਿਆ ਹੋਇਆ ਸੀ, ਗੁਲਾਬ ਦੇ ਫੁੱਲ ਲਿਆਂਦੇ ਹੋਏ ਸੀ ਔਰ ਉਹੀ ਗੁਲਾਬ ਦੇ ਫੁੱਲ ਜਿਹੜੇ ਉਹਦੇ ਟੁੱਲ ਲੱਗਿਆ ਉੱਤੇ ਉਹਦੇ ਸੁੱਟਨੇ ਸੀ, ਉਹੀ ਗੁਲਾਬ ਦੇ ਫੁੱਲ ਜਨਾਜ਼ੇ ਵਾਸਤੇ ਇਸਤੇਮਾਲ ਹੋਏ। ਔਰ ਜਿੰਨੇ ਵੀ ਮਹਿਮਾਨ ਆਏ ਹੋਏ ਸੀ ਉਸ ਸਾਰੇ ਮਹਿਮਾਨਾਂ ਨੇ ਉਹਦਾ ਜਨਾਜ਼ਾ ਪੜਿਆ। ਖੁਸ਼ੀਆਂ ਜਿਹੜੀਆਂ ਇਹ ਗਮ ਦੇ ਵਿੱਚ ਤਬਦੀਲ ਹੋ ਗਈਆਂ। ਉਸ ਮਾਂ ਪਿਓ ਦਾ ਕੀ ਹਾਲ ਹੋਏਗਾ ਜਿਹਦਾ ਇੱਕੋ ਬੇਟਾ ਸੀ ਔਰ ਉਹ ਐਕਸੀਡੈਂਟ ਹਾਦਸੇ ਦੇ ਵਿੱਚ ਵਿਚਾਰਾ ਅੱਲਾ ਨੂੰ ਪਿਆਰਾ ਹੋ ਗਿਆ। ਔਰ ਇਹ ਬੜੀ ਦੁੱਖ ਵਾਲੀ ਕਹਾਣੀ ਸੀ, ਸਟੋਰੀ ਸੀ, ਵਾਕਿਆ ਸੀ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ। ਬੰਦਾ ਖੁਸ਼ੀਆਂ ਬੜੀਆਂ ਕਰਦਾ ਆਪਣੇ ਬੱਚਿਆਂ ਦੀਆਂ ਸ਼ਾਦੀਆਂ ਵਾਸਤੇ, ਬੜੀਆਂ ਦਿਲੀ ਤਮੰਨਾ ਖਾਹਿਸ਼ਾਂ ਹੁੰਦੀਆਂ ਨੇ, ਲੇਕਿਨ ਉਹ ਪੂਰੀਆਂ ਹੋਣੀਆਂ ਜਾਂ ਨਹੀਂ ਹੋਣੀਆਂ ਇਹ ਮੇਰੇ ਅੱਲਾ ਦੀ ਜ਼ਾਤ ਨੂੰ ਪਤਾ ਕਿ ਅੱਲਾਹ ਤਾਲਾ ਇਹਨਾਂ ਖੁਸ਼ੀਆਂ ਨੂੰ ਪੂਰਾ ਕਰਦਾ ਜਾਂ ਨਹੀਂ ਕਰਦਾ। ਜਿਸ ਤਰ੍ਹਾਂ ਇਸ ਬੰਦੇ ਨਾਲ ਵਾਕਿਆ ਹੋਇਆ ਜ਼ੁਲਫਕਾਰ ਨਾਲ ਕਿ ਉਹ ਆਪਣੇ ਅਬਾਸ ਬੇਟੇ ਦੀਆਂ ਖੁਸ਼ੀਆਂ ਨੂੰ ਪੂਰਾ ਨਾ ਕਰ ਸਕਿਆ ਔਰ ਬਹੂ ਨੂੰ ਘਰ ਨਾ ਲਿਆ ਕੇ ਦੇਖ ਸਕਿਆ।
उस अंबर नामी लड़की जिन्हों विआहण जाना सी वो विचारी उसे तरह कर बैठी रह गई। अल्लाह ताला हर एक दे बच्चे नूं अपने हिफ्ज़ो ईमान च रखे। अल्लाह ताला सब ते रहमत फरमाए। ये एक अनाह का मसला नहीं बना लेना चाहिए। हुण फुफो भी अगर उत्थे आकड़ न दिखाती जे आ जाती हो सकता वह बच जाता, लेकिन खैर मौत अटल फैसला लिखिया जाता भी ये बंदे की मौत इस तरह आनी फलां दिन आनी, लेकिन ये तो सारे बहाने सी। अल्लाह ताला उन्होंने जन्नतुल फिरदौस दे विच अब्बास साहब नूं जगह अता फरमाए और पिछलियां नूं सब्र जमील अता फरमाए। अस्सलामु अलैकुम व रहमतुल्लाहि व बरकातुहू।